ਹੈਲੋ ਸਟੂਡੈਂਟਸ, ਅਸੀਂ ਟੌਪਿਕ ਸ਼ੁਰੂ ਕੀਤਾ ਡਾਇਮੈਂਸ਼ਨਲ ਐਨਾਲਿਸਿਸ। ਅੱਜ ਅਸੀਂ ਕਰਨ ਜਾ ਰਹੇ ਡਿਸਕਸ ਇਹਦੇ ਬਾਰੇ ਡਾਇਮੈਂਸ਼ਨਲੈਸ ਵੇਰੀਏਬਲਸ। ਪਹਿਲਾਂ ਡਿਸਕਸ ਕੀਤਾ ਸੀ ਡਾਇਮੈਂਸ਼ਨਲ ਵੇਰੀਏਬਲਸ, ਫਿਰ ਅਸੀਂ ਗੱਲ ਕੀਤੀ ਸੀ ਡਾਇਮੈਂਸ਼ਨਲ ਕੌਂਸਟੈਂਟਸ। ਅੱਜ ਅਸੀਂ ਗੱਲ ਕਰਨ ਚੱਲੇ ਡਾਇਮੈਂਸ਼ਨਲੈਸ ਵੇਰੀਏਬਲਸ। ਇਟ ਮੀਨਸ ਉਹ ਚੀਜ਼ਾਂ ਜਿਹੜੀ ਵੇਰੀ ਤਾਂ ਕਰਦੀਆਂ ਨੇ, ਜਿਹੜੀ ਹੈ ਤਾਂ ਵੇਰੀਏਬਲ ਆ ਬਟ ਉਹਨਾਂ ਦੀ ਡਾਇਮੈਂਸ਼ਨ ਕੋਈ ਨਹੀਂ ਹੈਗੀ। ਆਓ ਦੇਖੀਏ ਕਿਹਨਾਂ ਦੀ ਗੱਲ ਕਰ ਰਹੇ ਆਪਾਂ। ਸੋ ਪਹਿਲੀ ਗੱਲ ਕਰੀਏ ਆਪਾਂ ਪਲੇਨ ਐਂਗਲ ਜਾਂ ਇਕੱਲਾ ਐਂਗਲ ਤੁਹਾਨੂੰ ਪੁੱਛਿਆ ਜਾਏ, ਇਸ ਤਰ੍ਹਾਂ ਲਿਖਿਆ ਜਾਏ ਜਾਂ ਇਕੱਲਾ ਐਂਗਲ ਲਿਖਤਾ ਜਾਏ। ਕਿਉਂਕਿ ਕਿਰਾਏ ਸੀ ਯੂਨਿਟਸ ਤੁਹਾਨੂੰ ਕਿਹਾ ਇੱਕ ਪਲੇਨ ਐਂਗਲ ਹੁੰਦਾ, ਇੱਕ ਸੋਲਿਡ ਐਂਗਲ ਹੁੰਦਾ। ਚਲੋ ਆਪਾਂ ਸਿੰਪਲ ਗੱਲ ਕਰ ਲਈਏ, ਪਲੇਨ ਐਂਗਲ ਦੀ ਗੱਲ ਕਰੀਏ। ਤਾਂ ਪਲੇਨ ਐਂਗਲ ਦਾ ਕੋਈ ਫਾਰਮੂਲਾ ਯਾਦ ਹੋਏ ਤੁਹਾਨੂੰ? ਦੇਖੋ ਅਸੀਂ ਪੜ੍ਹਿਆ ਨਾ, ਸਪੋਜ਼ ਦੇयर इज ਸਰਕਲ। ਆਹ ਸਰਕਲ ਹੈ ਸਾਡੇ ਕੋਲ, ਸਰਕਲ ਦੀ ਕੋਈ ਆ ਸੈਂਟਰ ਸਾਡੇ ਕੋਲ, ਆਹ ਦਾ ਰੇਡੀਅਸ ਹੈ। ਇੱਥੇ ਇੱਕ ਆਰਕ ਬਣਾ ਦਈਏ ਆਪਾਂ, ਇਹ ਆਰਕ ਸਾਡੇ ਕੋਲ ਆ, ਇਹ ਆਰ ਕਿੰਨਾ ਐਂਗਲ ਬਣਾ ਰਹੀ ਹੈ? ਥੀਟਾ ਐਂਗਲ। ਤਾਂ ਮੰਨ ਲਓ ਲੈਂਥ ਆਫ ਆਰ ਕਿੰਨੀ ਹੈ? ਆੜੀ ਆਰਕ ਆਪਾਂ ਵੇਖੀਏ ਐਲ। ਕੋਈ ਰਿਲੇਸ਼ਨ ਯਾਦ ਹੈ ਤੁਹਾਨੂੰ? ਤੁਸੀਂ ਯਾਦ ਕਰੋ, ਤੁਸੀਂ ਦੇਖੋ ਕਿ ਵੀ ਹਾਂ ਤਿੰਨਾਂ 'ਚ ਇੱਕ ਰਿਲੇਸ਼ਨ ਹੁੰਦਾ, ਥੀਟਾ ਦਾ ਐਂਗਲ ਸਬਟੈਂਡਡ ਬਾय ਦ ਆਰਕ ਐਟ ਦ ਸੈਂਟਰ। ਕੀ ਰਿਲੇਸ਼ਨ ਆ ਯਾਦ ਆਇਆ? ਥੀਟਾ ਇਜ਼ ਇਕੁਅਲ ਟੂ ਐਲ ਅਪੋਨ ਆਰ। ਸੋ ਇਹ ਜਿਹੜਾ ਪਲੇਨ ਐਂਗਲ ਸਾਡਾ, ਇਹ ਰਿਲੇਸ਼ਨ ਸਾਡੇ ਮਨ 'ਚ ਆ ਗਿਆ ਵੀ ਥੀਟਾ ਕੀ ਆ? ਇਟ ਇਜ਼ ਦ ਰੇਸ਼ੋ ਆਫ ਆਰਕ ਲੈਂਥ ਟੂ ਦਾ ਰੇਡੀਅਸ। ਉਹਨਾਂ ਦੇ ਡਾਇਮੈਂਸ਼ਨਸ ਭਰ ਕੇ ਦੇਖੀਏ ਆਪਾਂ, ਤਾਂ ਥੀਟਾ ਦੀ ਡਾਇਮੈਂਸ਼ਨਸ ਕੀ ਆਉਣਗੀਆਂ? ਲੈਂਥ ਕਿੱਥੇ ਆਏਗਾ? ਐਲ 'ਚ। ਰੇਡੀਅਸ ਵੀ ਕੀ ਆ? ਇਹ ਵੀ ਇੱਕ ਤਰ੍ਹਾਂ ਦਾ ਡਿਸਟੈਂਸ ਸਾਡੇ ਕੋਲ ਹੈਗਾ, ਡਿਸਟੈਂਸ ਫਰੋਮ ਦਾ ਸੈਂਟਰ ਟੂ ਦਾ ਸਰਕਮਫਰੈਂਸ। ਜਿੱਥੋਂ ਪਹੁੰਚਾ ਰਹੇ ਹਾਂ ਇਸ ਜਗ੍ਹਾ ਤੱਕ, ਬਾਹਰ ਬਾਉਂਡਰੀ ਤੱਕ, ਇਹ ਵੀ ਐਲ ਸਾਡੇ ਕੋਲ, ਤੇ ਐਲ 0 ਆ ਗਿਆ। ਤੇ ਡਾਇਮੈਂਸ਼ਨਸ ਕੀ ਹੋਣਗੀਆਂ? ਐਮ ਵੀ 0 ਆ, ਐਲ ਵੀ 0 ਆ, ਟੀ ਵੀ 0। ਜਦੋਂ ਇਸ ਤਰ੍ਹਾਂ ਦਾ ਕੇਸ ਸਾਡੇ ਕੋਲ ਆ ਜਾਏ, ਐਮ 0, ਐਲ 0, ਟੀ 0, ਸਭ ਦੀ ਪਾਵਰ 0 ਨੇ, ਤਾਂ ਅਸੀਂ ਕਹਾਂਗੇ ਇਟ ਇਜ਼ ਡਾਇਮੈਂਸ਼ਨਲੈਸ ਵੇਰੀਏਬਲ। ਵੇਰੀਏਬਲ ਕਿਉਂ? ਥੀਟਾ ਕੈਨ ਬੀ ਕਿੰਨਾ ਸਕਦਾ? ਕੋਈ ਬੱਚਾ ਕਹੇ 30 ਡਿਗਰੀ, ਇਟ ਕੈਨ ਬੀ 40 ਡਿਗਰੀ, 47 ਡਿਗਰੀ, 92.5 ਡਿਗਰੀ। ਇਟ ਕੈਨ ਹੈਵ ਐਨੀ ਵੈਲਿਊ, ਕੋਈ ਵੈਲਿਊ ਦੀ ਹੋ ਸਕਦੀ ਆ। ਸੋ ਥੀਟਾ ਇੱਕ ਵੇਰੀਏਬਲ ਆ, ਪਰ ਇਹਦੀ ਡਾਇਮੈਂਸ਼ਨਸ ਕੋਈ ਨਹੀਂ ਹੈਗੀਆਂ। ਓਕੇ, ਚਲੋ ਫਿਰ ਆਪਾਂ ਨੈਕਸਟ ਗੱਲ ਕਰਦੇ ਹਾਂ ਵੀ ਥੀਟਾ ਤਾਂ ਨਹੀਂ ਹੈਗਾ, ਹੋ ਸਕਦਾ ਕੌਸ ਥੀਟਾ ਹੈ, ਟੈਨ ਥੀਟਾ ਹੈ, ਸਾਈਨ ਥੀਟਾ ਹੈ, ਉਹ ਆਪਾਂ ਦੇਖ ਲੈਂਦੇ ਹਾਂ। ਤੁਸੀਂ ਮੇਰਾ ਟਰਾਈ ਕਰੋ, ਫਾਈਂਡ ਡਾਇਮੈਂਸ਼ਨਸ ਆਫ ਕੌਸ ਥੀਟਾ। ਪਰ ਡਾਇਮੈਂਸ਼ਨ ਫਾਰਮੂਲਾ ਦੇਖੀਏ ਕਿਹਦਾ ਕਰੀਏ? ਕੌਸ ਥੀਟਾ ਕਰਕੇ ਦੇਖੀਏ। ਸੋ ਕੌਸ ਥੀਟਾ ਕੋਈ ਫਾਰਮੂਲਾ ਯਾਦ ਹੋਏ ਤੇ ਇੱਕ ਬੜਾ ਜਿਹਾ ਡੈਫੀਨੇਸ਼ਨ ਤੁਹਾਨੂੰ ਸਿਖਾਉਂਦੇ ਆਪਾਂ। ਡੈਫੀਨੇਸ਼ਨ ਸਿੱਖੀ ਆਪਾਂ। ਸਪੋਜ਼ ਦੇयर इज ਰਾਈਟ ਐਂਗਲ ਟ੍ਰਾਇੰਗਲ। ਰਾਈਟ ਐਂਗਲ ਟ੍ਰਾਇੰਗਲ ਕਿਹੜੀ ਹੈ? ਜਿਹੜੀ ਇੱਕ 90 ਡਿਗਰੀ ਦਾ ਐਂਗਲ ਬਣਾ ਰਹੀ ਸਾਡੇ ਕੋਲ। ਇੱਥੇ ਥੀਟਾ ਆਪਾਂ ਲੈ ਲਈਏ। ਸੋ ਜਿਸ ਸਾਈਡ ਨਾਲ 90 ਸਾਹਮਣੇ ਜਿਹੜੀ ਸਾਈਡ ਨੂੰ ਆਪਾਂ ਕਹਿੰਦੇ ਹਾਈਪੋਟਨਿਊਸ, ਆਇਆ ਯਾਦ? ਥੀਟਾ ਨਾਲ ਜਿਹੜੀ ਸਾਈਡ ਉਹਨੂੰ ਆਪਾਂ ਕਹਿੰਦੇ ਆ ਬੇਸ। ਥੀਟੇ ਸਾਹਮਣੇ ਜਿਹੜੀ ਸਾਈਡ ਆਪਾਂ ਉਹਨੂੰ ਕਹਿੰਦੇ ਆ ਪਰਪੈਂਡੀਕੂਲਰ। ਇਹਨੂੰ ਜਾਂ ਤਾਂ ਸ਼ਾਰਟ 'ਚ ਆਪਾਂ ਬੀ ਨਾਲ ਲਿਖ ਲੈਂਦੇ ਆ, ਇਹਨੂੰ ਐਚ ਨਾਲ ਲਿਖ ਲੈਂਦੇ ਆ, ਤੇ ਇਹਨੂੰ ਪੀ ਦੇ ਨਾਲ। ਹਾਂਜੀ ਕਰੋ ਯਾਦ, ਕੌਸ ਥੀਟਾ ਕੀ ਹੁੰਦਾ ਹੈ? ਤੁਸੀਂ ਯਾਦ ਕੀਤਾ ਵੀ ਕੌਸ ਥੀਟਾ ਕੀ ਹੁੰਦਾ? ਬੇਸ ਬਟਾ ਹਾਈਪੋਟਨਿਊਸ। ਜਿੱਦਾਂ ਇੱਦਾਂ ਰਾਈਟ ਐਂਗਲ ਟ੍ਰਾਇੰਗਲ ਡਿਫਾਈਨ ਕਰਨਾ ਹੈ, ਤੇ ਇਟ ਇਜ਼ ਬੇਸ ਅਪੋਨ ਹਾਈਪੋਟਨਿਊਸ। ਓਕੇ, ਤੁਸੀਂ ਕਹਿੰਦੇ ਠੀਕ ਆ। ਤੇ ਡਾਇਮੈਂਸ਼ਨਸ ਦੇਖਣੀ ਇਹਨਾਂ ਦੇ, ਤੇ ਕੌਸ ਥੀਟਾ ਡਾਇਮੈਂਸ਼ਨਸ ਕੀ ਹੋਣਗੀਆਂ ਸਾਡੇ ਕੋਲ? ਬੀ। ਬੀ ਕੀ ਆ? ਲੈਂਥ ਆਫ ਦਾ ਬੇਸ। ਜਿਹੜਾ ਬੇਸ ਉਹਦੀ ਲੈਂਥ ਹੈਗੀ ਆ, ਇੱਕ ਲੈਂਥ ਆ। ਹਾਈਟ ਵੀ ਕੀ ਸਾਡੇ ਕੋਲ? ਹਾਈਪੋਟਨਿਊਸ। ਇਹ ਵੀ ਕੀ ਹੈ? ਇੱਕ ਲੈਂਥ ਹੈਗੀ, ਇੱਥੋਂ ਲੈ ਕੇ ਇੱਥੋਂ ਤੱਕ ਮਿਣਤੀ ਕਰਨੀ ਆਪਾਂ। ਇਹ ਵੀ ਐਲ ਆ ਗਿਆ। ਕੀ ਦੇਖਿਆ ਆਪਾਂ? ਐਲ ਤਾਂ ਹੈ ਨਹੀਂ ਕੋਈ, 1 - 1 0 ਆ ਗਿਆ। ਸੋ ਕੌਸ ਥੀਟਾ ਦੀ ਡਾਇਮੈਂਸ਼ਨਸ ਨਾ ਕੋਈ ਐਮ ਹੈ, ਨਾ ਕੋਈ ਐਲ ਹੈ, ਨਾ ਕੋਈ ਟੀ ਸਾਡੇ ਕੋਲ। ਸੋ ਇਟ ਇਜ਼ ਆਲਸੋ ਡਾਇਮੈਂਸ਼ਨਲੈਸ ਵੇਰੀਏਬਲ। ਕੌਸ ਥੀਟਾ ਵੈਲਿਊ ਤੁਸੀਂ ਜਿਹੜੀ ਪੜ੍ਹਾਈ ਗਈ ਤੁਹਾਨੂੰ ਕਿੱਥੋਂ ਵੇਰੀ ਕਰਦੀ ਆ? 0 ਡਿਗਰੀ 'ਤੇ 1 ਹੁੰਦੀ ਹੈ, 90 ਡਿਗਰੀ 'ਤੇ 0 ਹੁੰਦੀ ਹੈ, ਫਿਰ 180 ਡਿਗਰੀ 'ਤੇ ਕਿੰਨੀ ਆ ਜਾਂਦੀ ਆ? -1 ਹੁੰਦੀ ਸਾਡੇ ਕੋਲ। ਇਸ ਤਰ੍ਹਾਂ ਇਹਦੀ ਵੈਲਿਊ ਡਿਪੈਂਡ ਕਰਦੀ ਐਂਗਲ ਉੱਪਰ, ਵੇਰੀ ਤਾਂ ਕਰਦੀ ਹੈ
बट ये डिमेंशनस कोई नहीं होंगी, इट इज़ अ डिमेंशनलैस क्वांटिटी। चलो इस तो इलावा एक होर गल करदा कि बड़े बच्चे कन्फ्यूज़ हो जाते हैं इस गल तो। अगर मैं सेम डायग्राम इत्थे बना दा इस जगह पर, ये क्वेश्चन हो चुका, जस्ट वैसे समझाने वास्ते एक आ डायग्राम बनाई मैं। फिर ये मैं हाइपोटेन्यूज कहता बिकॉज इट इज़ अपोजिट टू 90 डिग्री एंगल। अगर थीटा इत्थे लिख दिए फिर को फर्क पेगा। हुण बच्चे डायग्राम च बनी होंदी भी आह जिहड़ा नीचे चीज़ आ इनू उन्होंने कहना दा बेस, इनू कहते परपेंडिकुलर। पर नहीं, तुसीं ख्याल रखना है खास, जिस साइड ना थीटा लगता होवे, हुण थीटा इधर लग रहा तो जे इत्थे तुहानूं कॉस थीटा कोई पूछे तुसीं आ बेस मनना, जिहड़ी साइड थीटे ना लगदी होए वो बेस आ, ते जिहड़े आपोजिट वो परपेंडिकुलर साडे कोल। ते कई बार क्वेश्चन करोगे तुसीं भुलेखा खा जाते ने। ये नहीं देखना आदि पोजीशन इस तरह बेस आ, किस थीटे के हिसाब नाल गल हो रही है, थीटे के हिसाब नाल गल हो रही है। इस तरह अगर कोई होर एंगल बना दी, मान लो बीटा, तो बीटे वास्ते ये बेस आ तो ये परपेंडिकुलर आ गल्लां तुसीं माइंड च रख लो। चलो ये गल असीं कर ली भी कॉस थीटा नहीं हुंदा। देखिए आप साइन थीटा तो नहीं हुंदा किते। लेट अस चैक अबाउट साइन थीटा। करो याद, साइन थीटा की साडे कोल हुंदा है, आया याद? साइन थीटा इज रेशो ऑफ परपेंडिकुलर एंड हाइपोटेन्यूज। इन्हां दी रेशो परपेंडिकुलर अपॉन एच साडे को आ चुका। फिर वो गल परपेंडिकुलर भी की साडे कोल आ, एक लैंथ ही हैगी आ, हाइपोटेन्यूज भी की एक लैंथ हैगी आ। इन्हां दी डिमेंशन एल, ये भी डिमेंशनलैस क्वांटिटी आ गई। सो आपां की देखिया, साइन थीटा भी की साडे कोल डिमेंशनलैस हैगी आ। लेट अस ट्राई फॉर टैन थीटा। टैन थीटा की हुंदा जे आपां ट्रायंगल तो डिफाइन करना है, टैन थीटा की आ गया साडे कोल परपेंडिकुलर अपॉन बेस। ये भी की साडे का एल अपॉन एल, एल जीरो, ये भी डिमेंशनलैस हैगा। कई बच्चे के मन च आ रहे अनुसार असीं इस तरह कर सकते हैं, टैन थीटा की साडे कोल हैगा वा साइन थीटा अपॉन कॉस थीटा, बड़ा ट्रिग्नोमेट्री। तो टैन थीटा डिमेंशनस की होणगियां, जो इन्होंने डिमेंशनस आ एम जीरो, एल जीरो, टी जीरो। ये भी की है एम जीरो, एल जीरो, टी जीरो। साढ़े को आंसर फिर भी की आना एम जीरो, एल जीरो, टी जीरो। तो कोई फार्मूला तुहाडे मन च आ जाए उस हिसाब नाल लभोगे। अगर ठीक चलते पे जे तो आप ठीक निशाने ते असली जिहड़ा अपना रिजल्ट ते पहुँच जावांगे। ठीक है। सो जिन्ना आप देखो अगे टैन का इनवर्स की हुंदा साडे कोल कॉट थीटा आ जांदा, टैन तो कॉट थीटा आ जांदा। फिर इसका कोसीकेंट तो सीकेंट थीटा आ जांदा साडे कोल, साइन तो कोसीकेंट थीटा आ जांदा। ये उहदा इनवर्स आंदे ने। तो अगर ये डिमेंशनलैस ने तो ये भी की ने डिमेंशनलैस क्वांटिटी हैगी साडे कोल। होर आप देखिए कुछ ऐसी क्वांटिटीज होंदियां ने जड़ियाँ सेम सिमिलर चीज़ की रेशो होंदियां। डेंसिटी पढ़ा तुसीं, व्हाट इज डिमेंशन ऑफ डेंसिटी। करो यार, डिमेंशन ऑफ डेंसिटी पढ़िया सी आपां की होंदियां ने डिमेंशन डेंसिटी दियां। व्हाट इज डेंसिटी? मास अपॉन वॉल्यूम। मास का की सी एम, वॉल्यूम का तुहानूं पता वी क्यूब, लैंथ, बैथ, हाइट, तीन डिमेंशन आ गया। तो की दस्सिया सी एम आ, सॉरी इत्थे वी सी, इत्थे एल क्यूब होना है। तो एम आ, एल क्यूब आ, टी जीरो अगर कहना तो वन लिख लो इस तरह ना अपने वास्ते। इदां दी होंदियां। हुण बच्चों ने पूछा होंदा किसी टाइम पर कि अगे नैक्सट आपां की देखना, रैलेटिव डेंसिटी दसो भी यदी डिग्री डिमेंशनस होणगियां जां कहंदे स्पैसीफिक ग्रैविटी। ये की चीज़ होंदी है? ये वर्ड सुन के बच्चे डर जाते हैं। डर की गल कोई नहीं, कई तरह के सारे डिमेंशन फार्मूले पूछे जाएंगे। तो देखो ये तुहाडे नॉलेज से डिपेंड करता कि तुहानूं किन्नियां दे फार्मूले पता ने। जिन्नियां दे पता होणगे उन्हें असीं लिख पावांगे। ट्राई करके देखिए ये बारे। एक ही हुंदा, इट इज़ रेशो की हुंदी है डेंसिटी ऑफ ए सबस्टांस। जिहड़े सबस्टांस की गल हो रही आ उहदी आपां डेंसिटी लिख दी उपर
ਇਹਨੂੰ ਕਰਨਾ ਡਿਵਾਈਡ ਕਰ ਦਈਏ ਡੈਂਸਿਟੀ ਆਫ ਵਾਟਰ ਐਟ 4 ਡਿਗਰੀ ਸੈਲਸੀਅਸ। ਸੋ ਜਿੰਨੀ ਵਾਟਰ ਦੀ ਡੈਂਸਿਟੀ ਆ 4 ਡਿਗਰੀ ਸੈਲਸੀਅਸ ਤੇ ਉਹਨਾਂ ਅਗਰ ਡਿਵਾਈਡ ਕਰ ਦਈਏ ਤਾਂ ਸਾਨੂੰ ਕੀ ਮਿਲਦੀ ਆ, ਰਿਲੇਟਿਵ ਡੈਂਸਿਟੀ ਮਿਲਦੀ ਆ, ਸਪੈਸੀਫਿਕ ਗ੍ਰੈਵਿਟੀ ਮਿਲਦੀ ਹੈਗੀ ਆ। ਸੋ ਫਿਰ ਉੱਪਰ ਵੀ ਡੈਂਸਿਟੀ ਆ, ਨੀਚੇ ਵੀ ਡੈਂਸਿਟੀ। ਸਾਨੂੰ ਕੀ ਮਤਲਬ ਆ, ਡੈਂਸਿਟੀ ਸਬਸਟੈਂਸ ਦੀ ਆ, ਉਹਦੀ ਡਾਇਮੈਂਸ਼ਨ ਡੈਂਸਿਟੀ ਦੀਆਂ ਨੇ। ਆਹ ਡੈਂਸਿਟੀ ਵਾਟਰ ਦੀ ਆ, ਉਹ ਵੀ ਡਾਇਮੈਂਸ਼ਨਸ। ਤੋਂ ਕੀ ਆਇਆ ਸਾਡੇ ਕੋਲ, ਤੁਸੀਂ ਕਹਿੰਦਾ M1L3 ਹੁੰਦਾ, ਸੌਰੀ 3 ਆ 3 ਉੱਪਰ ਜਾ ਕੇ ਮਾਈਨਸ ਹੋਣਾ, ਪਲੀਜ਼ ਇੱਥੇ ਕਰੈਕਸ਼ਨ ਕਰ ਲਓ। L -3 T0, ਇਹ ਵੀ ਕੀ M1L -3 T0 ਬਿਲਕੁਲ ਸਿਮਿਲਰ ਆ ਗਈ ਸਾਡੇ ਕੋਲ। ਸੋ M0L0 T0 ਕੀ ਦੇਖਿਆ, ਜਿਹੜੀ ਰਿਲੇਟਿਵ ਡੈਂਸਿਟੀ ਆ ਜਾਂ ਦੂਜਾ ਵਰਡ ਕੀ ਆਦਾ ਸਪੈਸੀਫਿਕ ਗ੍ਰੈਵਿਟੀ ਹੈਗੀਆਂ, ਦੋਨਾਂ ਦੀ ਡਾਇਮੈਂਸ਼ਨਸ ਕੀ ਨੇ, ਕੋਈ ਨਹੀਂ, ਦੀਸ ਆਰ ਡਾਇਮੈਂਸ਼ਨਲੈਸ ਕੁਆਂਟੀਜ਼। ਡਨ। ਹੋਰ ਇੱਕ ਵਰਡ ਤੋਂ ਯੂਜ਼ ਕਰਨਾ ਜਦੋਂ ਫਰਦਰ ਚੈਪਟਰ ਸਟੱਡੀ ਕਰ ਰਹੇ ਨੇ, ਇੱਕ ਵਰਡ ਹੈਗਾ ਸਟ੍ਰੇਨ। ਹੁਣ ਸਟ੍ਰੇਨ ਤੁਸੀਂ ਪੜ੍ਹਨੀ ਗਾੜੀ, ਚਲੋ ਮੈਂ ਦੱਸਦਾ 3 ਤਰ੍ਹਾਂ ਦੀ। ਇੱਕ ਲੈਂਥ ਵਾਈਜ਼ ਹੁੰਦੀ ਹੈ, ਇੱਕ ਲੈਂਥ ਦਾ ਰਿਲੇਟਡ ਹੁੰਦੀ ਹੈ, ਇੱਕ ਏਰੀਆ ਨਾਲ ਹੁੰਦੀ ਰਿਲੇਟਡ, ਇੱਕ ਵਾਲੀਅਮ ਨਾਲ ਹੁੰਦੀ ਹੈ ਸਾਡੇ ਕੋਲ। ਕਾਮਨ ਇਹਦਾ ਜਿਹੜਾ ਆਮ ਮੀਨਿੰਗ ਕੀ ਹੈਗਾ ਚੀਜ਼ ਦਾ ਕਹਿਣ ਦਾ, ਵਾਟ ਇਜ਼ ਲੈਂਥ ਸਟ੍ਰੇਨ। ਸਟ੍ਰੇਨ ਕੀ ਹੈ, ਚੇਂਜ ਇਨ ਸਾਈਜ਼ upon ओरिजिनल साइज। तो 6 साइज कितना आया, तो पहला साइज की सी, किस तरह मतलब ला दो, तेन पढ़ाया जाएगा किसी थान जाके भी आ लेंथ सी वायर दी, तो इनू हल्का जो आप एक्सटेंड करता, तो हुण की होगी साड़ी L प्लस कोई मान लो X आ चुका। सो आ एक्सटेंशन साढ़े को आ चुकी है। इन्ना हिस्सा लंबा करता सी दे कोई फोर्स लगा के नीचे नू की कह रही है, अगर तो ये करांगे इस फॉर्म च, फिर आ L/X/L आ जाएगा। चेंज इन लेंथ बटा ओरिजिनल लेंथ, ये भी L है, ये भी L है, तो ये क्या आएगा साढ़े को L0, इट विल बी डिमेंशनलैस। जे को बच्चे ने एरिया वाला गल चेता तो होगा कि चेंज इन एरिया बटा एरिया, तो भी क्या आएगा एरिया का बटा एरिया है ना, वह भी डिमेंशनलैस आ गया। जे को वॉल्यूम की फॉर्म च करेगा तो क्या वॉल्यूम अपॉन वॉल्यूम, वो भी साढ़े की आएगा डिमेंशनलैस आ जाएगा। तो इस तुम पढ़ोगे डिफरेंट क्वांटिटीज़ आनगियाँ जो है तो वेरीएबल्स ने, बट उन्होंने डिमेंशन कोई नहीं आ, दे आर डिमेंशनलैस क्वांटिटीज़। तो इसी असीं कर लिया। होर गल करिए आपां ते लैक्चर छोटा इन्ने समाप्त करिए, फिर आपां फिर नैक्सट लैक्चर च असीं करांगे कुछ होर इंपॉर्टेंट ते थोड़ी जी टफ डिमेंशनस जिहड़ियां लभना, वो डिमेंशन फार्मूले करांगे। फिर मैं कह रहा जिस नाल तुहाडा दिल करदा तुसीं उस हिसाब नाल चलना वा। बेसिक जिहड़ा असीं करना सी समझना गल वो समझ लई आपां कि डिमेंशनस की हुंदियां ने, दीस आर द पावर्स टू विच M/L/T आर रेस्ड इन मैकेनिक्स की गल कर रहे हैं। अदरवाइज की आ, दीस आर द पावर्स टू विच बेसिक क्वांटिटीज़ आर रेस्ड टू मेक द रिलेशन विद द ड्राइव्ड क्वांटिटी। कि ड्राइव्ड क्वांटिटी का कितना रिलेशन की है बेस क्वांटिटीज़ नाल जां फंडामेंटल क्वांटिटी नाल की रिलेशन आ, वो रिलेशन नूं दस्सण वास्ते जिहड़ा फार्मूला वा उन्होंने कहते डिमेंशन फार्मूला। वो M/L/T मेन असीं जिहड़ा यूज़ करते हैं। उस अलावा की कर सकते हैं, करंट आ सकता वा, टैंपरेचर आ सकता वा, इंटैंसिटी आ सकती, मोल वगैरह, वो जिथे इत्थे यूज़ करांगे आपां दस दांगे। आपां निक्की जी होर गल कर लईए, ये भी साडे कोल कैटेगरी आपां देखी सी, किहड़ी सी, डिमेंशनलैस कॉन्स्टेंट्स। की देखिया आपां हुण जे आपां नंबर की गल करिए 1 2 3 4 एंड सो ऑन, कोई नंबर ला दी 1000 आ, 4 5 6 7 है ना, कुछ भी हैगा, तो कोई भी इतना नंबर लिखा वा, तो ये नंबर देखोगे जिथे आ जाएगा तो इट विल बी डिमेंशनलैस। ये डिमेंशनलैस आ, ये ना M ते डिपेंड करता, ना L ते, ना T, ना किसी होर डिमेंशन से। सो आ जिहड़े नैचुरल नंबर्स आ, जिन्ने भी नंबर साढ़े को, दीस आर डिमेंशनलैस क्वांटिटीज़। फिर कुछ मैथेमैटिक्स यूज़ करते सी, पाई याद है कितना पाई/7 हुंदा, इह तक यूज़ करांगे आपां नूं। चलो पाई की आ, ये भी डिमेंशनलैस आ,
इस तरह साढ़े को ई आ जाएगा, ये भी कि साढ़े को डिमेंशनलैस हैगा। तो देर आर मैनी सच ਜਿਹੜੇ थिंग्स आ कॉन्स्टेंट्स आ विच आर डिमेंशनलैस, जिन्हों की कोई डिमेंशन नहीं होंगी हैगी। सो ये जितने यूज़ कर जिस तरह पिछले किया उन्हें 4 6 पाई ईटा ना आर भी किया रिलेशन इस तरह का। तो जे मन्निया भी आ डिमेंशनलैस, फिर आप डिमेंशन नहीं सी लिखते, बाकी सब की डिमेंशन लेके असी ईटा की डिमेंशन फाइंड आउट करनियाँ सन। तो जिथे इतने आएंगे उत्थे डिमेंशन इन्हों की नहीं भरिया करनी आप, ठीक है। सो ये जी गल्लां वा ये तुसीं अपने माइंड 'च रखनियां ताकि जी फरदर आप एप्लीकेशनस करनियां हैगियां ने वो आप कर पावांगे। इन द नैक्सट लैक्चर आप डिस्कस करांगे होर डिमेंशन फार्मूले, उस तो बाद चलांगे अपनी एप्लीकेशनस ते। थैंक यू क्लास।